प्रभु मेरा चानन है अते मेरी निजात है, मैं किस तो डरा। प्रभु मेरी जान दा किला है, मैं किस दे खौफ खावां। जद बुरे काम करन वाले मेरे नेड़े आउंदे हन, ਉਹ ठोकर खांदे डिग पैंदे हन। बाप ਅਤੇ बेटे ਅਤੇ ਰੂਪਾਕ ਤੇ ਨਾਮ ਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪ੍ਰਭੂ ਯਿਸੂ ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ ਤੇ ਬੱਚਿਓ, ਅੱਜ 12 ਜੂਨ ਹੈ ਤੇ ਅੱਜ ਸੈਕਰਡ ਹਾਰਟ ਦਾ ਪ੍ਰਭੂ ਯਿਸੂ ਮਸੀਹ ਦੇ ਪਾਕ ਦਿਲ ਦਾ ਤੀਸਰਾ ਨਵੀਨਾ ਹੈ। ਅੱਜ ਦੀ ਪਾਕ ਅੰਜੀਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਸਾਨੂੰ ਸਿਖਾਉਂਦੇ ਹਨ ਤੇ ਕਹਿੰਦੇ ਹਨ ਕਿ ਜੇਕਰ ਤੁਹਾਡਾ ਕੋਈ ਵੀ ਅੰਗ ਤੁਹਾਡੇ ਤੋਂ ਪਾਪ ਕਰਵਾਉਂਦਾ ਹੈ ਤਾਂ ਤੁਸੀਂ ਉਸ ਨੂੰ ਵੱਢ ਦੇਵੋ। ਇਹ ਚੰਗਾ ਹੈ ਕਿ ਤੁਸੀਂ ਲੰਗੜੇ ਹੋ ਕੇ ਜਾਂ ਟੁੰਡੇ ਹੋ ਕੇ ਜਾਂ ਅੰਨੇ ਹੋ ਕੇ ਸੁਰਗ ਦੇ ਰਾਜ ਵਿੱਚ ਜਾਓ, ਬਜਾਏ ਇਸ ਦੇ ਕਿ ਤੁਸੀਂ ਸਾਰੇ ਅੰਗ ਹੁੰਦੇ ਹੋਏ ਨਰਕ ਵਿੱਚ ਚਲੇ ਜਾਓ। ਪ੍ਰਭੂ ਦੇ ਵਿੱਚ ਪਿਆਰਿਓ, ਇਹ ਜਿਹੜੀ ਸਿੱਖਿਆ ਹੈ ਸੁਣਨ ਨੂੰ ਬੜੀ ਡਾਢੀ ਹੈ, ਪਰ ਜਦੋਂ ਅਸੀਂ ਆਪਣੇ ਜੀਵਨ ਦੇ ਵਿੱਚ ਇਸ ਨੂੰ ਵੇਖਦੇ ਹਾਂ ਤੇ ਇਹਦੇ ਕਈ ਅਰਥ ਅਸੀਂ ਵੇਖ ਸਕਦੇ ਹਾਂ। ਸੋ ਅੱਜ ਦੀ ਇਸ ਪਾਕ ਮਾਸ ਦੇ ਵਿੱਚ ਅਸੀਂ ਖੁਦਾ ਦੇ ਇਹਨਾਂ ਵਚਨਾਂ ਉੱਤੇ ਵਿਚਾਰੀਏ। ਨਾਲ ਹੀ ਅੱਜ ਦਾ ਜਿਹੜਾ ਪਹਿਲਾ ਪਾਠ ਹੈ ਵੀ ਵਿਚਾਰਨ ਯੋਗ ਹੈ। ਆਓ ਅਸੀਂ ਖੁਦਾ ਦੇ ਵਚਨਾਂ ਉੱਤੇ ਧਿਆਨ ਕਰਦੇ ਹੋਏ ਆਪਣੇ ਜੀਵਨ ਦੇ ਉੱਤੇ ਧਿਆਨ ਕਰੀਏ। ਅਸੀਂ ਆਪਣੇ ਪਾਪਾਂ ਦੇ ਲਈ ਮਾਫੀ ਮੰਗੀਏ ਤਾਂ ਜੋ ਅੱਜ ਦੀ ਇਹ ਪਾਕ ਮਾਸ ਦੀ ਕੁਰਬਾਨੀ ਅਸੀਂ ਯੋਗ ਢੰਗ ਦੇ ਨਾਲ ਪ੍ਰਭੂ ਨੂੰ ਸਮਰਪਣ ਕਰ ਸਕੀਏ। ਇਕਬਾਲ ਕਰਦਾ ਪੂਰੀ ਕੁਦਰਤ ਵਾਲੇ ਖੁਦਾ ਤੇ ਪੈਣਾ ਭਰਾਵਾਂ ਦੇ ਅੱਗੇ ਮੈਂ ਇਕਬਾਲ ਕਰਦਾ, ਮੈਂ ਇਕਬਾਲ ਕਰਦਾ। ਮੈਂ ਸੋਚਣ ਬੋਲਣ ਤੇ ਕਰਨ ਨਾ ਬਹੁਤ ਗੁਨਾਹ ਕੀਤੇ ਨੇ। ਆਪਣੀ ਦੋਸਤ ਨਾਲ ਆਪਣੀ ਦੋਸਤ ਨਾਲ ਆਪਣੇ ਵੱਡੇ ਦੋਸ਼ ਦੇ ਨਾਲ ਮੈਂ ਇਕਬਾਲ ਕਰਦਾ। ਧੰਨ ਸਦਾ ਕੁਮਾਰੀ ਮਰੀਅਮ ਤੇ ਸਾਰੇ ਫਰਿਸ਼ਤਿਆਂ ਸੰਤਾਂ ਅੱਗੇ ਤੇ ਪੈਣਾ ਭਰਾਵਾਂ ਦੇ ਅੱਗੇ ਮੈਂ ਹੁਣ ਬੇਨਤੀ ਕਰਦਾ। ਇਕਬਾਲ ਕਰਦਾ। ਮੇਰੇ ਲਈ ਖੁਦਾ ਬੰਦਗੇ ਕਰੋ ਦੁਆ ਸਾਰੇ ਮਿਲ ਕੇ। ਮੈਂ ਆਇਆ ਤੇਰੇ ਦੁਆਰੇ, ਰਹਿਮ ਕਰੋ ਪ੍ਰਭੂ ਪਿਆਰੇ। ਮੈਂ ਇਕਬਾਲ ਕਰਦਾ ਪੂਰੀ ਕੁਦਰਤ ਵਾਲੇ ਖੁਦਾ ਤੇ ਕਹਿਣਾ ਭਰਾਵਾਂ ਦੇ ਅੱਗੇ ਮੈਂ ਇਕਬਾਲ ਕਰਦਾ, ਮੈਂ ਇਕਬਾਲ ਕਰਦਾ। ਪੂਰੀ ਕੁਦਰਤ ਵਾਲਾ ਖੁਦਾਵੰਦ ਖੁਦਾ ਸਾਡੇ ਉੱਤੇ ਦਇਆ ਕਰੇ ਤੇ ਸਾਡੇ ਸਭ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਵੱਲ ਪਹੁੰਚਾਵੇ। ਆਮੀਨ। ਅਸੀਂ ਮੰਗਦੇ ਹਾਂ ਮਾਫੀ ਕੋਲੋਂ ਤੇਰੇ, ਹੈ ਪ੍ਰਭੂ ਦਇਆ ਕਰੋ। ਅਸੀਂ ਮੰਗਦੇ ਹਾਂ ਮਾਫੀ ਕੋਲੋਂ ਤੇਰੇ, ਹੈ ਪ੍ਰਭੂ ਦਇਆ ਕਰੋ। ਅਸੀਂ ਮੰਨਦੇ ਹਾਂ ਸਾਰੇ ਪਾਪਾਂ ਨੂੰ ਆਪਣੇ, ਹੈ ਮਸੀਹ ਦਇਆ ਕਰੋ। ਅਸੀਂ ਮੰਨਦੇ ਹਾਂ ਸਾਰੇ ਪਾਪਾਂ ਨੂੰ ਆਪਣੇ, ਹੈ ਮਸੀਹ ਦਇਆ
ਵਡਿਆਈ ਮਹਿਮਾ ਹੋਵੇ ਖੁਦਾ ਦੀ ਧਰਤੀ ਉਤੇ ਨੇਕ ਨੀਅਤ ਲੋਕਾਂ ਦੇ ਵਿੱਚ ਸ਼ਾਂਤੀ ਸਵਰਗ ਦੇ ਵਿੱਚ ਵਡਿਆਈ ਕੁੜੇ ਅਸੀਂ ਤੇਰੇ ਗਾਉਂਦੇ ਹਾਂ ਤੇ ਤਨ ਤਨ ਤੈਨੂੰ ਕਹਿੰਦੇ ਹਾਂ ਕਰਦੇ ਹਾਂ ਆਰਾਧਨਾ ਤੇ ਮਹਿਮਾ ਤੇਰੀ ਗਾਉਂਦੇ ਹਾਂ ਤੇਰੀ ਬੜੀ ਸ਼ਾਨ ਦੇ ਕਾਰਨ ਸ਼ੁਕਰ ਤੇਰਾ ਅਸੀਂ ਕਰਦੇ ਹਾਂ ਸਵਰਗ ਦੇ ਪਾਤਸ਼ਾਹ ਖੁਦਾਵਾ ਬਾਪ ਕੁਦਰਤ ਵਾਲੇ ਖੁਦਾ ਸਵਰਗ ਦੇ ਵਿੱਚ ਵਡਿਆਈ ਯਿਸੂ ਮਸੀਹ ਕਲਾ ਦੇ ਬੇਟੇ ਬਾਪ ਦੇ ਬੇਟੇ ਪ੍ਰਭੂ ਖੁਦਾ ਬਾਪ ਦਾ ਬੇਟਾ ਦੁਨੀਆ ਦੇ ਪਾਪਾਂ ਨੂੰ ਚੁੱਕ ਲੈ ਜਾਂਦਾ ਹੈ ਬਿਨਤਾ ਸੁਣ ਲੈ ਸਾਡੀਆਂ ਤੂੰ ਬਾਪ ਦੇ ਸੱਜੇ ਬੈਠਾ ਹੈ ਦਇਆ ਤੂੰ ਕਰ ਹੁਣ ਸਾਡੇ ਉਤੇ ਤੂੰ ਹੀ ਸੁਰਗੁਣ ਹੈ ਖੁਦਾ ਸਵਰਗ ਦੇ ਵਿੱਚ ਵਡਿਆਈ ਤੂੰ ਹੀ ਇਕੱਲਾ ਪਰਮੇਸ਼ਰ ਹੈ ਪਰਮ ਉੱਚਾ ਹੈ ਖੁਦਾ ਐ ਮਸੀਹਾ ਸ਼ਾਨ ਵਿੱਚ ਤੂੰ ਬਾਪ ਤੇ ਰੂਪਾ ਦੇ ਲਾ ਸਵਰਗ ਦੇ ਵਿੱਚ ਵਡਿਆਈ ਮਹਿਮਾ ਹੋਵੇ ਖੁਦਾ ਦੀ ਧਰਤੀ ਉਤੇ ਨੇਕ ਨੀਅਤ ਲੋਕਾਂ ਦੇ ਵਿੱਚ ਸ਼ਾਂਤੀ ਸਵਰਗ ਦੇ ਵਿੱਚ ਵਡਿਆਈ ਅਸੀਂ ਪ੍ਰਾਰਥਨਾ ਕਰੀਏ। ਐ ਖੁਦਾ ਤੂੰ ਹੀ ਸਾਰੀਆਂ ਚੰਗਿਆਈਆਂ ਦਾ ਸੋਮਾ ਹੈ ਜੋ ਸਹੀ ਅਤੇ ਪਾਕ ਹੈ ਉਸ ਨੂੰ ਪਛਾਣਨ ਦੇ ਲਈ ਸਾਨੂੰ ਪ੍ਰੇਰਨਾ ਦੇ ਅਤੇ ਸਾਡੇ ਰੋਜ਼ਾਨਾ ਜੀਵਨ ਵਿੱਚ ਉਹਨਾਂ ਨੂੰ ਕਰਨ ਨਿਭਾਉਣ ਦੇ ਲਈ ਸਾਡੀ ਮਦਦ ਕਰ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਪ ਪਾਕ ਦੀ ਏਕਤਾ ਦੇ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ ਆਮੀਨ। ਅੱਜ ਦਾ ਪਾਠ ਪਹਿਲਾ ਰਾਜਾ ਦਾ ਗ੍ਰੰਥ ਉਸ ਦਾ 19 ਬਾਬ 9 ਐਤ ਅਤੇ 11 ਤੋਂ 16 ਐਤ ਤੱਕ। ਰਾਜਾ ਅਹਾਬ ਨੇ ਵਾਪਸ ਜਾ ਕੇ ਆਪਣੀ ਪਤਨੀ ਈਜ਼ਬਲ ਨੂੰ ਦੱਸਿਆ ਜੋ ਏਲੀਆ ਨਬੀ ਨੇ ਕੀਤਾ ਅਤੇ ਕਿਸ ਤਰ੍ਹਾਂ ਉਸਨੇ ਬਾਆਲ ਦੇ ਸਭ ਨਬੀਆਂ ਨੂੰ ਕਤਲ ਕਰ ਦਿੱਤਾ ਹੈ। ਸੋ ਈਜ਼ਬਲ ਨੇ ਏਲੀਆ ਨਬੀ ਕੋਲ ਇਹ ਸੰਦੇਸ਼ ਘੱਲਿਆ, ਦੇਵਤੇ ਮੇਰਾ ਬੁਰਾ ਹਾਲ ਕਰਨ, ਜੇਕਰ ਮੈਂ ਕੱਲ੍ਹ ਇਸ ਸਮੇਂ ਤੱਕ ਉਹੋ ਜਿਹਾ ਹਾਲ ਤੇਰਾ ਨਾ ਕਰਾਂ ਜੋ ਤੂੰ ਬਾਆਲ ਦੇ ਨਬੀਆਂ ਦਾ ਕੀਤਾ ਹੈ। ਏਲੀਆ ਇਹ ਸੰਦੇਸ਼ ਸੁਣ ਕੇ ਡਰ ਗਿਆ ਅਤੇ ਆਪਣੇ ਨੌਕਰ ਨੂੰ ਨਾਲ ਲੈ ਕੇ ਉੱਥੋਂ ਬੇਸ਼ਬਾ ਨੂੰ ਜੋ ਯਹੂਦਾ ਵਿੱਚ ਚਲਾ ਗਿਆ। ਪਰ ਏਲੀਆ ਨੇ ਆਪਣੇ ਨੌਕਰ ਨੂੰ ਉੱਥੇ ਛੱਡ ਦਿੱਤਾ ਅਤੇ ਉਹ ਆਪਣੇ ਉਜਾੜ ਵਿੱਚ ਪੂਰੇ ਦਿਨ ਦੀ ਯਾਤਰਾ ਕਰਕੇ ਅੱਗੇ ਗਿਆ ਅਤੇ ਇੱਕ ਛਾਂ ਵਾਲੇ ਰੁੱਖ ਹੇਠ ਬੈਠ ਕੇ ਇਸ ਤਰ੍ਹਾਂ ਆਪਣੀ ਮੌਤ ਲਈ ਪ੍ਰਾਰਥਨਾ ਕੀਤੀ, ਪ੍ਰਭੂ ਇਹ ਬਹੁਤ ਹੈ, ਮੇਰੀ ਪ੍ਰਾਰਥਨਾ ਹੈ ਕਿ ਤੂੰ ਮੈਨੂੰ ਹੁਣ ਇਸ ਧਰਤੀ ਤੋਂ ਚੁੱਕ ਲੈ। ਏਲੀਆ ਰੁੱਖ ਦੇ ਹੇਠ ਸੌਂ ਗਿਆ ਅਤੇ ਅਚਾਨਕ ਸਵਰਗਦੂਤ ਨੇ ਉਸ ਨੂੰ ਉਠਾ ਕੇ ਕਿਹਾ, ਤੂੰ ਉੱਠ ਕੇ ਖਾ।
ਉਸਨੇ ਉੱਠ ਕੇ ਆਪਣੇ ਕੋਲ ਇੱਕ ਪੱਕੀ ਰੋਟੀ ਅਤੇ ਪਾਣੀ ਦੀ ਸੁਰਾਹੀ ਪਈ ਦੇਖੀ। ਸੋ ਉਸਨੇ ਰੋਟੀ ਖਾਧੀ ਅਤੇ ਸੁਰਾਹੀ ਵਿੱਚੋਂ ਪਾਣੀ ਪੀਤਾ ਅਤੇ ਫਿਰ ਸੌਂ ਗਿਆ। ਪਰ ਪ੍ਰਭੂ ਦੇ ਸਵਰਗਦੂਤ ਨੇ ਦੁਬਾਰਾ ਏਲੀਆ ਨੂੰ ਉਠਾਇਆ ਅਤੇ ਕਿਹਾ, ਤੂੰ ਉੱਠ ਕੇ ਹੋਰ ਭੋਜਨ ਕਰ, ਕਿਉਂਕਿ ਤੂੰ ਬਹੁਤ ਲੰਬਾ ਸਫ਼ਰ ਕਰਨਾ ਹੈ। ਸੋ ਏਲੀਆ ਨੇ ਉੱਠ ਕੇ ਖਾਧਾ ਪੀਤਾ, ਜਿਸ ਤੋਂ ਉਸ ਨੂੰ ਇੰਨੀ ਸ਼ਕਤੀ ਮਿਲੀ ਕਿ ਉਹ ਪਰਮੇਸ਼ਵਰ ਦਾ ਸੀਨਾ ਪਹਾੜ ਤੱਕ 40 ਦਿਨ ਬਿਨਾਂ ਕੁਝ ਖਾਧਿਆਂ ਸਫ਼ਰ ਕਰ ਸਕਿਆ। ਉੱਥੇ ਪਹੁੰਚ ਕੇ ਉਹ ਇੱਕ ਗੁਫਾ ਵਿੱਚ ਰਾਤ ਕੱਟਣ ਲਈ ਚਲਾ ਗਿਆ। ਪਰ ਅਚਾਨਕ ਪ੍ਰਭੂ ਨੇ ਉਸ ਨੂੰ ਸੱਦਿਆ ਅਤੇ ਪੁੱਛਿਆ, ਏਲੀਆ, ਤੂੰ ਕੀ ਕਰ ਰਿਹਾ ਹੈ? ਤਦ ਪ੍ਰਭੂ ਨੇ ਉਸ ਨੂੰ ਕਿਹਾ, ਤੂੰ ਆਪਣੀ ਪਹਾੜ ਦੀ ਚੋਟੀ ਉੱਤੇ ਜਾ ਕੇ ਮੇਰੇ ਸਾਹਮਣੇ ਖੜਾ ਹੋ। ਜਦੋਂ ਉਹ ਉੱਥੇ ਖੜਾ ਸੀ ਤਾਂ ਪ੍ਰਭੂ ਉਸ ਦੇ ਸਾਹਮਣਿਓਂ ਦੀ ਲੰਘਿਆ ਅਤੇ ਉਸਨੇ ਇੱਕ ਭਿਅੰਕਰ ਹਨੇਰੀ ਘੱਲੀ, ਜਿਸ ਨਾਲ ਪਹਾੜ ਪਾਟ ਗਏ ਅਤੇ ਚਟਾਨਾਂ ਤਿੜਕ ਗਈਆਂ। ਪਰ ਪ੍ਰਭੂ ਉਸ ਹਨੇਰੀ ਵਿੱਚ ਨਹੀਂ ਸੀ। ਹਨੇਰੀ ਦੇ ਪਿੱਛੋਂ ਭੁਚਾਲ ਆਇਆ, ਪਰ ਪ੍ਰਭੂ ਉਸ ਭੁਚਾਲ ਵਿੱਚ ਵੀ ਨਹੀਂ ਸੀ। ਭੁਚਾਲ ਦੇ ਪਿੱਛੋਂ ਅੱਗ ਆਈ, ਪਰ ਪ੍ਰਭੂ ਉਸ ਅੱਗ ਵਿੱਚ ਵੀ ਨਹੀਂ ਸੀ। ਹਾਂ, ਅੱਗ ਦੇ ਪਿੱਛੋਂ ਇੱਕ ਸ਼ਾਂਤ ਨਮੀ ਜਿਹੀ ਆਵਾਜ਼ ਆਈ। ਜਦੋਂ ਏਲੀਆ ਨੇ ਇਹ ਆਵਾਜ਼ ਸੁਣੀ ਤਾਂ ਉਸਨੇ ਆਪਣਾ ਮੂੰਹ ਕੱਪੜੇ ਨਾਲ ਢੱਕ ਲਿਆ ਅਤੇ ਇੱਕ ਗੁਫਾ ਦੇ ਬੂਹੇ ਅੱਗੇ ਜਾ ਕੇ ਖੜਾ ਹੋ ਗਿਆ। ਤਦ ਇੱਕ ਆਵਾਜ਼ ਨੇ ਉਸ ਨੂੰ ਕਿਹਾ, ਏਲੀਆ, ਤੂੰ ਇੱਥੇ ਕੀ ਕਰ ਰਿਹਾ ਹੈ? ਏਲੀਆ ਨੇ ਉੱਤਰ ਦਿੱਤਾ, ਹੇ ਸਰਵ ਸ਼ਕਤੀਮਾਨ ਪ੍ਰਭੂ ਪਰਮੇਸ਼ਵਰ, ਮੈਂ ਹਮੇਸ਼ਾ ਤੇਰੇ ਪਿੱਛੇ ਚੱਲਿਆ ਹਾਂ, ਪਰ ਇਸਰਾਏਲੀ ਲੋਕਾਂ ਨੇ ਤੇਰੇ ਨੇਮ ਨੂੰ ਤੋੜਿਆ ਅਤੇ ਤੇਰੀਆਂ ਵੇਦੀਆਂ ਢਾਹ ਦਿੱਤੀਆਂ ਹਨ। ਕੇਵਲ ਮੈਂ ਇਕੱਲਾ ਹੀ ਬਚਿਆ ਹਾਂ ਅਤੇ ਉਹਨਾਂ ਨੇ ਮੈਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਪ੍ਰਭੂ ਨੇ ਉਸ ਨੂੰ ਕਿਹਾ, ਤੂੰ ਵਾਪਸ ਦਮਿਸ਼ਕ ਦੇ ਉਜਾੜ ਨੂੰ ਮੁੜ ਜਾ ਅਤੇ ਉੱਥੇ ਜਾ ਕੇ ਹਜ਼ੇਲ ਦਾ ਅਭਿਸ਼ੇਕ ਆਰਾਮ ਰਾਜਾ ਹੋਣ ਲਈ ਕਰ। ਨਿਮਸ਼ੀ ਦੇ ਪੁੱਤਰ ਯੇਹੂ ਦਾ ਅਭਿਸ਼ੇਕ ਇਸਰਾਏਲੀ ਦਾ ਰਾਜਾ ਹੋਣ ਲਈ ਕਰ ਅਤੇ ਆਬੇਲ ਮੋਲਾ ਨਿਵਾਸੀ ਸਫਾਟ ਦੇ ਪੁੱਤਰ ਇਲੀਸ਼ਾ ਦਾ ਅਭਿਸ਼ੇਕ ਆਪਣੀ ਥਾਂ ਨਬੀ ਹੋਣ ਦੇ ਲਈ ਕਰ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। खुदा दे पर रहना जो कोई इंसान रहना है। खुदा दे पर रहना जो कोई इंसान रहना है। खुदा दे खंभ दी छां हेठां
ਪ੍ਰਭੂ ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਸੰਤ ਮਤੀ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਤੁਸੀਂ ਇਹ ਸੁਣ ਚੁੱਕੇ ਹੋ ਕਿ ਸਾਡੇ ਪੁਰਖਿਆਂ ਨੂੰ ਇਸ ਤਰ੍ਹਾਂ ਕਿਹਾ ਗਿਆ ਸੀ, ਪਰਾਈ ਔਰਤ ਦੇ ਨਾਲ ਸੰਗ ਅਰਥਾਤ ਵਿਚਾਰ ਨਾ ਕਰਨਾ। ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੇਕਰ ਕੋਈ ਕਿਸੇ ਔਰਤ ਦੇ ਵੱਲ ਬੁਰੀ ਨਜ਼ਰ ਦੇ ਨਾਲ ਵੇਖਦਾ ਹੈ ਤਾਂ ਉਹ ਆਪਣੇ ਮਨ ਦੇ ਵਿੱਚ ਉਸ ਦੇ ਨਾਲ ਵਿਚਾਰ ਕਰ ਚੁੱਕਾ ਹੈ। ਇਸ ਲਈ ਜੇਕਰ ਤੇਰੀ ਸੱਜੀ ਅੱਖ ਤੇਰੇ ਤੋਂ ਪਾਪ ਕਰਵਾਉਂਦੀ ਹੈ ਤਾਂ ਉਸ ਨੂੰ ਕੱਢ ਕੇ ਸੁੱਟ ਦੇ, ਕਿਉਂਕਿ ਤੇਰੇ ਲਈ ਇਹ ਜ਼ਿਆਦਾ ਲਾਭਦਾਇਕ ਹੈ ਕਿ ਤੇਰਾ ਸਰੀਰ ਦਾ ਇੱਕ ਅੰਗ ਨਾਸ਼ ਹੋ ਜਾਵੇ ਬਜਾਏ ਇਸ ਦੇ ਕਿ ਤੇਰਾ ਸਾਰਾ ਸਰੀਰ ਨਰਕ ਵਿੱਚ ਸੁੱਟਿਆ ਜਾਵੇ। ਇਸੇ ਤਰ੍ਹਾਂ ਜੇਕਰ ਤੇਰਾ ਸੱਜਾ ਹੱਥ ਤੇਰੇ ਤੋਂ ਪਾਪ ਕਰਵਾਏ ਉਸ ਨੂੰ ਵੱਢ ਕੇ ਸੁੱਟ ਦੇ, ਕਿਉਂਕਿ ਤੇਰਾ ਲਾਭ ਇਸ ਵਿੱਚ ਹੈ ਕਿ ਤੇਰਾ ਇੱਕ ਅੰਗ ਨਾਸ਼ ਹੋ ਜਾਵੇ ਪਰ ਬਾਕੀ ਦਾ ਸਾਰਾ ਸਰੀਰ ਨਰਕ ਵਿੱਚ ਜਾਣ ਤੋਂ ਬਚ ਜਾਵੇ। ਇਹ ਵੀ ਕਿਹਾ ਗਿਆ ਸੀ ਜੇਕਰ ਕੋਈ ਆਪਣੀ ਪਤਨੀ ਨੂੰ ਛੱਡੇ ਤਾਂ ਉਸ ਨੂੰ ਤਲਾਕ ਪੱਤਰ ਲਿਖ ਕੇ ਦੇਵੇ। ਪਰ ਮੈਂ ਤੁਹਾਨੂੰ ਕਹਿੰਦਾ ਹਾਂ ਜੇਕਰ ਕੋਈ ਆਦਮੀ ਆਪਣੀ ਪਤਨੀ ਨੂੰ ਵਿਚਾਰ ਨੂੰ ਛੱਡ ਕੇ ਹੋਰ ਕਾਰਨ ਤਲਾਕ ਦਿੰਦਾ ਹੈ ਤਾਂ ਉਹ ਉਸ ਕੋਲੋਂ ਵਿਚਾਰ ਕਰਵਾਉਂਦਾ ਹੈ। ਇਸੇ ਤਰ੍ਹਾਂ ਜੋ ਆਦਮੀ ਉਸ ਤਲਾਕ ਵਾਲੀ ਔਰਤ ਦੇ ਨਾਲ ਵਿਆਹ ਕਰਦਾ ਹੈ ਉਹ ਵੀ ਵਿਚਾਰ ਕਰਦਾ ਹੈ। ਪ੍ਰਭੂ ਦੀ ਪਾਕ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਪ੍ਰਭੂ ਯਿਸੂ ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ ਤੇ ਬੱਚਿਓ, ਅੱਜ ਦੀ ਜਿਹੜੀ ਪਾਕ ਅੰਜੀਲ ਹੈ ਤੇ ਅੱਜ ਦਾ ਜਿਹੜਾ ਪਹਿਲਾ ਪਾਠ ਹੈ ਉਹਦਾ ਕਿਤੇ ਨਾ ਕਿਤੇ ਸੰਬੰਧ ਹੈ। ਇਸਰਾਏਲੀ ਕੌਮ ਦੀ ਸਥਿਤੀ ਜੋ ਏਲੀਆ ਦੇ ਸਮੇਂ ਸੀ ਉਹ ਅੱਜ ਦੇ ਅਸੀਂ ਪਹਿਲੇ ਪਾਠ ਵਿੱਚ ਵੇਖਦੇ ਹਾਂ। ਏਲੀਆ ਲੋਕਾਂ ਤੋਂ ਡਰਦਾ ਹੋਇਆ ਭੱਜ ਕੇ ਗੁਫਾ ਦੇ ਵਿੱਚ ਲੁਕ ਜਾਂਦਾ ਹੈ। ਕਾਰਨ ਇਹ ਹੈ ਕਿਉਂਕਿ ਜਦੋਂ ਖੁਦਾ ਦੀ ਹੋਂਦ ਨੂੰ ਸਥਾਪਿਤ ਕਰਨ ਦੇ ਲਈ ਉਸਨੇ ਬਾਲ ਦੇ ਜਿਹੜੇ ਪੁਰੋਹਿਤ ਸਨ ਰਾਜੇ ਨੇ ਉਹਨਾਂ ਨੂੰ ਮਰਵਾ ਦਿੱਤਾ ਸੀ। ਉਹਦਾ ਬਦਲਾ ਲੈਣ ਦੇ ਲਈ ਜਿਹੜੇ ਬੁੱਤ ਪ੍ਰਸਤੀ ਕਰਨ ਵਾਲੇ ਲੋਕ ਸਨ ਉਹ ਏਲੀਆ ਦੇ ਪਿੱਛੇ ਸਨ। ਇਸ ਲਈ ਏਲੀਆ ਭੱਜ ਕੇ ਜਾ ਕੇ ਗੁਫਾ ਦੇ ਵਿੱਚ ਲੁਕ ਗਿਆ। ਪਰ ਉੱਥੇ ਖੁਦਾ ਨੇ ਉਸ ਨੂੰ ਦਰਸ਼ਨ ਦਿੱਤੇ ਤੇ ਕਿਹਾ ਗੁਫਾ ਤੋਂ ਬਾਹਰ ਜਾ ਕੇ ਵੇਖ। ਜਦੋਂ ਬਾਹਰ ਜਾ ਕੇ ਵੇਖਦਾ ਹੈ ਤੇ ਇੱਕ ਵੱਡਾ ਤੂਫਾਨ ਉਸ ਨੂੰ ਦਿਖਦਾ ਹੈ, ਆਵਾਜ਼ ਸੁਣਾਈ ਦਿੰਦੀ ਹੈ, ਪਰ ਉਹਦੇ ਵਿੱਚ ਉਸ ਨੂੰ ਖੁਦਾ ਦੀ ਹੋਂਦ ਕੋਈ ਦਿਖਾਈ ਨਹੀਂ ਦਿੱਤੀ, ਕਿਉਂਕਿ ਪ੍ਰਭੂ ਨੇ ਕਿਹਾ ਸੀ ਤੂੰ ਬਾਹਰ ਜਾ, ਤੂੰ ਮੇਰੇ ਦਰਸ਼ਨ ਕਰੇਗਾ, ਮੈਨੂੰ ਵੇਖੇਗਾ। ਫਿਰ ਉਸ ਤੋਂ ਬਾਅਦ ਭੁਚਾਲ ਆਇਆ, ਵਚਨ ਕਹਿੰਦਾ ਉਹਦੇ ਵਿੱਚ ਵੀ ਖੁਦਾ ਦੀ ਕੋਈ ਹੋਂਦ ਨਹੀਂ ਸੀ। ਫਿਰ ਉਸ ਤੋਂ ਬਾਅਦ ਪਹਾੜ ਫਟ ਗਏ, ਅੱਗ ਆਈ, ਪਰ ਉਹਦੇ ਵਿੱਚ ਖੁਦਾ ਨਹੀਂ ਸੀ। ਉਸ ਤੋਂ ਬਾਅਦ ਮਿੱਠੀ ਜੀ ਆਵਾਜ਼ ਆਈ ਤੇ ਉਹਦੇ ਵਿੱਚ ਖੁਦਾ ਦੀ ਮੌਜੂਦਗੀ ਦਾ ਅਹਿਸਾਸ ਏਲੀਆ ਨੂੰ ਹੋਇਆ। ਖੁਦਾ ਨੇ ਏਲੀਆ ਨੂੰ ਕਿਹਾ ਤੂੰ ਵਾਪਸ ਜਾ ਤੇ ਜਾ ਕੇ ਅਭਿਸ਼ੇਕ ਕਰ ਰਾਜਿਆਂ ਦਾ ਵੀ ਤੇ ਆਪਣੇ ਥਾਂ ਨਬੀ ਅਲੀਸ਼ਾ ਦਾ ਵੀ। ਉਸਨੇ ਜਾ ਕੇ ਖੁਦਾ ਦੇ ਉਸ ਕੰਮ ਨੂੰ ਪੂਰਾ ਕੀਤਾ। ਅੱਜ ਦਾ ਜਿਹੜਾ ਪਹਿਲਾ ਪਾਠ ਹੈ ਉਹਦੇ ਵਿੱਚ ਅਸੀਂ ਵੇਖਦੇ ਹਾਂ ਕਿ ਜਦੋਂ ਇਸਰਾਏਲੀ ਕੌਮ ਨੇ ਖੁਦਾ ਨੂੰ ਛੱਡਿਆ, ਖੁਦਾ ਨੇ ਉਹਨਾਂ 'ਤੇ ਆਫਤ ਭੇਜੀ, ਉਹਨਾਂ 'ਤੇ ਮੁਸ਼ਕਿਲਾਂ ਭੇਜੀਆਂ, ਚਾਹੇ ਉਹ ਕਿਸੇ ਵੀ ਤਰੀਕੇ ਦੇ ਨਾਲ ਕਿਉਂ ਨਾ ਹੋਣ। ਇਸੇ ਤਰ੍ਹਾਂ ਹੀ ਖੁਦਾ ਨੇ ਆਪਣੇ ਸੰਬੰਧ ਨੂੰ ਇਸਰਾਏਲ ਦੇ ਸੰਬੰਧ ਦੇ ਨਾਲ ਉਹ ਸੰਬੰਧ ਦੱਸਿਆ ਹੈ ਜਿਹੜਾ ਇੱਕ ਪਤੀ ਤੇ ਪਤਨੀ ਦਾ ਹੁੰਦਾ ਹੈ। ਜਦੋਂ ਪਤੀ ਜਾਂ ਪਤਨੀ ਆਪਣੇ ਜੀਵਨ ਸਾਥੀ ਤੋਂ ਅਲੱਗ ਹੁੰਦੇ ਨਾ ਤਾਂ ਉਹਨਾਂ ਦਾ ਹਾਲ ਕਿਸ ਤਰ੍ਹਾਂ ਦਾ ਹੁੰਦਾ ਹੈ, ਉਹ ਹਾਲ ਦੱਸਿਆ ਹੈ ਇਸਰਾਏਲੀ ਕੌਮ ਦਾ। ਅੱਜ ਦੀ ਪਾਕ ਅੰਜੀਲ ਦੇ ਵਿੱਚ ਅਸੀਂ ਵੇਖਦੇ ਹਾਂ ਪ੍ਰਭੂ ਯਿਸੂ ਮਸੀਹ ਪਾਕ ਵਚਨ ਦੇ ਵਿੱਚ ਕਹਿੰਦੇ ਹੋ ਕਿ ਤੁਸੀਂ ਸੁਣ ਚੁੱਕੇ ਹੋ ਕਿ ਤੁਹਾਡੇ ਪੁਰਖਿਆਂ ਨੂੰ ਕਿਹਾ ਗਿਆ ਸੀ ਪਰਾਈ ਔਰਤ ਦੇ ਨਾਲ ਸੰਗ ਅਰਥਾਤ ਵਿਚਾਰ ਨਾ ਕਰਨਾ। ਪਰ ਜੇਕਰ ਕੋਈ ਕਿਸੇ ਪਰਾਈ ਔਰਤ ਦੇ ਬਾਰੇ ਪ੍ਰਭੂ ਕਹਿੰਦਾ ਮੈਂ ਤੁਹਾਨੂੰ ਕਹਿੰਦਾ ਹਾਂ ਸੋਚਦਾ ਹੈ ਜਾਂ ਬੁਰੀ ਨਜ਼ਰ ਦੇ ਨਾਲ ਵੇਖਦਾ ਹੈ, ਉਹ ਆਪਣੇ ਮਨ ਦੇ ਵਿੱਚ ਉਹ ਪਾਪ ਕਰ ਚੁੱਕਾ ਹੈ। ਇਸ ਲਈ ਚੰਗਾ ਹੈ ਕਿ ਤੇਰਾ ਜਿਹੜਾ ਅੰਗ ਕੋਈ ਵੀ ਪਾਪ ਦਾ ਕਾਰਨ ਬਣਦਾ ਹੈ ਉਸ ਨੂੰ ਵੱਢ ਦੇ
ਬਜਾਏ ਇਸ ਦੇ ਕਿ ਤੇਰਾ ਸਾਰਾ ਸਰੀਰ ਨਰਕ ਵਿੱਚ ਜਾਵੇ। ਪ੍ਰਭੂ ਯਿਸੂ ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਜੇਕਰ ਅਸੀਂ ਸਾਇੰਸ ਦੇ ਵੱਲ ਧਿਆਨ ਦਈਏ ਤੇ ਸਾਇੰਸ ਦੱਸਦੀ ਹੈ ਕਿ ਸਾਡੇ ਅੰਗਾਂ ਨੂੰ ਚਲਾਉਣ ਵਾਸਤੇ ਕੋਈ ਹੋਰ ਚੀਜ਼ ਹੈ। ਸਾਡੇ ਅੰਗਾਂ ਨੂੰ ਚਲਾਉਂਦਾ ਹੈ ਸਾਡਾ ਦਿਮਾਗ, ਸਾਡੇ ਅੰਗਾਂ ਨੂੰ ਚਲਾਉਂਦਾ ਹੀ ਸਾਡੀ ਸੋਚ, ਸਾਡੇ ਅੰਗਾਂ ਨੂੰ ਚਲਾਉਂਦੀ ਆ ਸਾਡੀ ਸਮਝ, ਸਾਡੇ ਅੰਗਾਂ ਨੂੰ ਚਲਾਉਂਦੀ ਹੈ ਸਾਡੇ ਦਿਲ ਤੇ ਦਿਮਾਗ। ਸੋ ਉਸ ਦੇ ਲਈ ਸੰਤ ਯਾਕੂਬ ਦੇ ਖੱਤ ਵਿੱਚ ਅਸੀਂ ਪੜ੍ਹਦੇ ਹਾਂ, ਸੰਤ ਯਾਕੂਬ ਆਪਣੇ ਖੱਤ ਦੇ ਵਿੱਚ ਸਾਨੂੰ ਦੱਸਦੇ ਹਨ, ਕਹਿੰਦੇ ਹਨ, ਸੰਤ ਯਾਕੂਬ ਦਾ ਖੱਤ ਉਹਦਾ ਪਹਿਲਾ ਅਧਿਆਇ ਉਹਦੀ 14 ਆਇਤ ਦੇ ਵਿੱਚ ਅਸੀਂ ਪੜ੍ਹਦੇ ਹਨ, ਹਰ ਮਨੁੱਖ ਆਪਣੀ ਹੀ ਬੁਰੀਆਈਆਂ ਇੱਛਾਵਾਂ ਦੇ ਰਾਹੀਂ ਪਰਖਿਆ ਜਾਂਦਾ ਹੈ ਤੇ ਅਸਲ ਵਿੱਚ ਇਹੀ ਹਨ ਜੋ ਉਸ ਨੂੰ ਭਟਕਾਉਂਦੀਆਂ ਹਨ ਅਤੇ ਮੋਹ ਜਾਲ ਦੇ ਵਿੱਚ ਫਸਾ ਦਿੰਦੀਆਂ ਹਨ। ਸੋ ਪਾਪ ਦਾ ਕਾਰਨ ਸਾਡੀਆਂ ਬੁਰੀਆਂ ਇੱਛਾਵਾਂ ਹਨ ਤੇ ਇਹ ਜਿਹੜੀਆਂ ਇੱਛਾਵਾਂ ਹਨ ਇਹ ਪੈਦਾ ਹੁੰਦੀਆਂ ਹਨ ਸਾਡੇ ਦਿਮਾਗ ਦੇ ਵਿੱਚ, ਸਾਡੀ ਸੋਚ ਦੇ ਵਿੱਚ, ਤੇ ਉਹ ਜਿਹੜੀ ਸੋਚ ਹੈ ਉਹ ਸਾਡੇ ਅੰਗਾਂ ਨੂੰ ਚਲਾਉਂਦੀ ਹੈ। ਜ਼ਰੂਰ ਪ੍ਰਭੂ ਨੇ ਕਿਹਾ ਉਹ ਵੱਢ ਸੁੱਟ, ਪਰ ਵਚਨ ਦੇ ਰਾਹੀਂ ਪ੍ਰਭੂ ਸਾਨੂੰ ਇਹ ਵੀ ਕਹਿਣਾ ਚਾਹੁੰਦੇ ਹਨ ਕਿ ਜਿਹੜੀ ਜੜ ਹੈ ਉਸ ਨੂੰ ਖਤਮ ਕਰੋ। ਜੇ ਹੱਥ ਸਾਡੀ ਜੜ ਹੈ ਪਾਪ ਦੀ ਤਾਂ ਉਹਨੂੰ ਖਤਮ ਕਰੋ, ਤੇ ਜੇ ਉਹਦੀ ਜੜ ਕੋਈ ਇੱਥੇ ਹੈ ਸੋਚ ਦੇ ਵਿੱਚ ਹੈ ਤਾਂ ਸੋਚ ਨੂੰ ਖਤਮ ਕਰੋ। ਜਿੰਨਾ ਚਿਰ ਉਹ ਚੀਜ਼ ਖਤਮ ਨਹੀਂ ਹੁੰਦੀ ਅਸੀਂ ਕਦੇ ਵੀ ਪਾਪ ਰਹਿਤ ਨਹੀਂ ਹੋ ਸਕਦੇ ਹਾਂ। ਇਸ ਲਈ ਅੱਜ ਦੇ ਵਚਨ ਦੇ ਵਿੱਚ ਪ੍ਰਭੂ ਨੇ ਕਿਹਾ ਹੈ, ਤਲਾਕ ਦੇ ਬਾਰੇ ਦੱਸਿਆ ਹੈ। ਤਲਾਕ ਪ੍ਰਭੂ ਕਹਿੰਦਾ ਦੇਣਾ ਜਾਇਜ਼ ਨਹੀਂ ਹੈ, ਸਿਵਾਏ ਇੱਕ ਕਾਰਨ ਦੇ ਦੱਸਿਆ ਉਸਨੇ, ਪਰ ਉਹਦੇ ਵਾਸਤੇ ਵੀ ਹਾਂ ਨਹੀਂ ਹੈ। ਇਸ ਲਈ ਪ੍ਰਭੂ ਨੇ ਵਚਨ ਦੇ ਵਿੱਚ ਕਿਹਾ ਜਿਨ੍ਹਾਂ ਨੂੰ ਖੁਦਾ ਨੇ ਜੋੜਿਆ ਹੈ ਉਹਨਾਂ ਨੂੰ ਇਨਸਾਨ ਅਲੱਗ ਨਾ ਕਰੇ। ਇਸ ਲਈ ਅੱਜ ਦਾ ਜਿਹੜੀ ਅੰਜੀਲ ਹੈ ਉਹ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ ਕਿ ਜਿਹੜਾ ਵਿਆਹ ਦਾ ਬੰਧਨ ਹੈ ਉਹ ਸਦੀਵੀ ਹੈ, ਤੇ ਜੇਕਰ ਕੋਈ ਆਪਣੇ ਜੀਵਨ ਸਾਥੀ ਨੂੰ ਜਾਂ ਸਾਥਣ ਨੂੰ ਛੱਡਦਾ ਹੈ ਤਾਂ ਉਹਦੇ ਕੋਲੋਂ ਪਾਪ ਕਰਵਾਉਂਦਾ ਹੈ ਤੇ ਆਪ ਵੀ ਉਹ ਪਾਪ ਦਾ ਹੱਕਦਾਰ ਹੁੰਦਾ ਹੈ। ਇਸ ਲਈ ਜਦੋਂ ਅਸੀਂ ਕਿਸੇ ਨੂੰ ਬੁਰੀ ਨਜ਼ਰ ਦੇ ਨਾਲ ਵੇਖਦੇ ਹਾਂ ਉਹ ਵੀ ਪਾਪ ਦਾ ਕਾਰਨ ਹੈ। ਇਸ ਲਈ ਸਾਨੂੰ ਉਹ ਆਪਣੀ ਸੋਚ, ਸਾਡੀ ਸਮਝ ਨੂੰ ਠੀਕ ਕਰਨ ਦੀ ਲੋੜ ਹੈ, ਔਰ ਖੁਦਾ ਦੀ ਮੌਜੂਦਗੀ ਦਾ ਅਹਿਸਾਸ ਸਾਨੂੰ ਹੋਣਾ ਚਾਹੀਦਾ ਹੈ, ਕਿਉਂਕਿ ਖੁਦਾ ਪਿਆਰ ਹੈ ਔਰ ਪਿਆਰ ਜਿਹੜਾ ਹੈ ਉਹ ਨਫ਼ਰਤ ਪੈਦਾ ਨਹੀਂ ਕਰਦਾ। ਜਿਹੜਾ ਪਿਆਰ ਹੈ ਦੂਸਰੇ ਨੂੰ ਸਹਿਣ ਦੇ ਲਈ ਸ਼ਕਤੀ ਦਿੰਦਾ ਹੈ। ਸੋ ਅਸੀਂ ਖੁਦਾ ਦੇ ਅੱਗੇ ਅੱਜ ਪ੍ਰਾਰਥਨਾ ਕਰੀਏ, ਖੁਦਾ ਦੇ ਪਵਿੱਤਰ ਦਿਲ ਨੂੰ ਸਮਰਪਣ। ਅੱਜ ਅਸੀਂ ਤੀਸਰਾ ਨਵੀਨਾ ਪੜ੍ਹ ਰਹੇ ਹਾਂ ਤੇ ਪ੍ਰਾਰਥਨਾ ਕਰੀਏ ਕਿ ਖੁਦਾ ਦਾ ਪਵਿੱਤਰ ਦਿਲ ਸਾਨੂੰ ਆਪਣੇ ਪਿਆਰ ਦੇ ਨਾਲ ਭਰੇ, ਤਾਂ ਜੋ ਅਸੀਂ ਇੱਕ ਦੂਸਰੇ ਨੂੰ ਮਾफ़ ਕਰੀਏ, ਔਰ ਜਿਹੜੇ ਵਿਆਹੇ ਹੋਏ ਜੋੜੇ ਹਨ ਉਹ ਵੀ ਇੱਕ ਦੂਸਰੇ ਨੂੰ ਸਹਿਣ ਕਰਨ ਤੇ ਇੱਕ ਦੂਸਰੇ ਨੂੰ ਮਾफ़ ਕਰਨ, ਤਾਂ ਜੋ ਉਹਨਾਂ ਦਾ ਜੀਵਨ ਵੀ ਸੁਖਾਵਾਂ ਜੀਵਨ ਹੋ ਸਕੇ। तन मन ते तन सब है तेरा, करो कबूल चढ़ावा मेरा। तन मन ते तन सब है तेरा, करो कबूल चढ़ावा मेरा। जो कुछ है मेरा सब है तेरा, करो कबूल चढ़ावा मेरा। जो कुछ
ਭੈਣੋ ਤੇ ਭਰਾਓ, ਪ੍ਰਾਰਥਨਾ ਕਰੋ ਕਿ ਪੂਰੀ ਕੁਦਰਤ ਵਾਲਾ ਖੁਦਾ ਮੇਰੀ ਤੇ ਤੁਹਾਡੀ ਇਸ ਕੁਰਬਾਨੀ ਨੂੰ ਪ੍ਰਵਾਨ ਕਰੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਂ ਤੇ ਉਸ ਤੇ ਵਡਿਆਈ ਦੇ ਲਈ, ਨਾਲੇ ਸਾਡੇ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਦੇ ਲਈ ਕਬੂਲ ਕਰੇ। ਆਏ ਪ੍ਰਭੂ, ਬਖਸ਼ ਦੇ ਕਿ ਸਾਡੀ ਪ੍ਰੋਤਾਈ ਸੇਵਾ ਦਾ ਇਹ ਨਜ਼ਰਾਨਾ ਤੇਰੇ ਲਈ ਪ੍ਰਵਾਨਯੋਗ ਹੋਵੇ ਅਤੇ ਤੇਰੇ ਲਈ ਸਾਡੇ ਪਿਆਰ ਨੂੰ ਵਧਾ ਦੇਵੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾਵੰਦ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਅਤੇ ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਉਹ ਤੇਰਾ ਸ਼ਬਦ ਹੈ ਜਿਸ ਦੇ ਰਾਹੀਂ ਤੂੰ ਸਾਰੀ ਸ੍ਰਿਸ਼ਟੀ ਨੂੰ ਰਚਿਆ ਹੈ। ਉਹ ਸਾਡਾ ਮੁਕਤੀ ਦਾਤਾ ਹੈ ਜਿਸ ਨੂੰ ਤੂੰ ਸਾਡੀ ਨਜਾਤ ਦੇ ਲਈ ਘੱਲਿਆ ਹੈ। ਉਹ ਰੂਪਾਕ ਦੇ ਨਾਲ ਦੇਤਾਰੀ ਹੋ ਕੇ ਇੱਕ ਵਾਰੀ ਮਰੀਮ ਤੋਂ ਜਨਮਿਆ। ਉਸਨੇ ਸਾਡੇ ਵਾਸਤੇ ਆਪਣੇ ਹੱਥ ਸਲੀਬ ਤੇ ਫੈਲਾ ਦਿੱਤੇ। ਉਸਨੇ ਮੌਤ ਨੂੰ ਖਤਮ ਕੀਤਾ ਤੇ ਜੀਵਨ ਨੂੰ ਪ੍ਰਗਟ ਕੀਤਾ। ਇਸ ਵਿੱਚ ਉਸਨੇ ਤੇਰੀ ਮਰਜ਼ੀ ਨੂੰ ਪੂਰਾ ਕੀਤਾ ਤੇ ਤੇਰੇ ਲਈ ਇੱਕ ਪਵਿੱਤਰ ਕੌਮ ਨੂੰ ਜਿੱਤ ਲਿਆ। ਇਸ ਲਈ ਅਸੀਂ ਆਪਣੀ ਖੁਸ਼ੀ ਦੇ ਵਿੱਚ ਫਰਿਸ਼ਤਿਆਂ ਦੇ ਸੰਗੀਤ ਜਥਿਆਂ ਦੇ ਨਾਲ ਮਿਲ ਕੇ ਤੁਹਾਡੀ ਮਹਿਮਾ ਲਗਾਤਾਰ ਕਰਦੇ ਹਾਂ। पावन पावन प्रभु परमेश्वर, सकल सृष्टि के जगदीश्वर। पावन पावन प्रभु परमेश्वर, सकल सृष्टि के जगदीश्वर। पावन 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 प्रभु तेरा नाम। पावन 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 प्रभु तेरा नाम। तेरी महिमा कृति प्रशंसा अशोधित है
ਐ ਪ੍ਰਭੂ ਤੂੰ ਸੱਚਮੁੱਚ ਪਾਕ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ ਉਸੇ ਤਰ੍ਹਾਂ ਤੂੰ ਆਪਣੇ ਰੂਪ ਪਾਕ ਨੂੰ ਪੇਸ਼ ਕੇ ਨਾ ਨਜ਼ਰਾਨਿਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸ ਨੇ ਆਪਣੀ ਮਰਜ਼ੀ ਦੇ ਨਾਲ ਆਪਣੇ ਆਪ ਨੂੰ ਦੁੱਖ ਤੇ ਸੇਹ ਦੇ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਓ ਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਦੇ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਓ ਤੇ ਇਸ ਵਿੱਚੋਂ ਪੀਓ, ਕਿ ਜੋ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਦੇ ਗੁਨਾਹਾਂ ਦੀ ਮਾਫੀ ਦੇ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ईमान दा पेद है प्रभु असी तेरी दा ऐलान कर दे है प्रभु असी तेरी दा ऐलान कर दे ते तेरे जी उठण दा ऐलान कर दे जद तक फिर तू आवेगा, जद तक फिर तू आवेगा। ऐ प्रभु ਅਸੀਂ ਯਿਸੂ ਮਸੀਹ ਦੀ ਮੌਤ ਅਤੇ ਉਹਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂਕਿ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਦੇ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਪ ਪਾਕ ਦੇ ਰਾਹੀਂ ਏਕਤਾ ਵਿੱਚ ਬੱਝੇ ਰਹੀਏ। ਆਏ ਪ੍ਰਭੂ ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਕਿ ਇਸ ਨੂੰ ਸਾਡੇ ਸੰਤ ਪਾਪਾ ਫਰਾਂਸਿਸ, ਸਾਡੇ ਬਿਸ਼ਪ ਸਾਹਿਬਾਨ ਅਤੇ ਸਾਰੇ ਪੁਰੋਹਿਤਾਂ ਦੇ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣ ਭਰਾਵਾਂ ਨੂੰ ਯਾਦ ਕਰ ਜਿਹੜੇ ਜੀ ਉੱਠਣ ਦੀ ਉਮੀਦ ਦੇ ਨਾਲ ਸੋ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਦੇ ਵਿੱਚ ਪੂਰੇ ਹੋ ਗਏ ਹਨ। ਇਹਨਾਂ ਦਾ ਤੂੰ ਆਪਣੀ ਪਾਕ ਹਜ਼ੂਰੀ ਦੇ ਚਰਨਾਂ ਵਿੱਚ ਸਵਾਗਤ ਕਰ। ਆਏ ਪ੍ਰਭੂ ਅਸੀਂ ਇਹ ਬੇਨਤੀ ਕਰਦੇ ਹਾਂ ਸਾਡੇ ਸਾਰਿਆਂ ਉੱਤੇ ਦਇਆ ਕਰ, ਤਾਂ ਜੋ ਧੰਨ ਕੁਆਰੀ ਮਰੀਅਮ ਖੁਦਾਵੰਦ ਦੀ ਮਾਂ ਦੇ ਨਾਲ ਉਸੇ ਕੁਆਰੀ ਦੇ ਮੁਬਾਰਕ ਵਰ ਸੰਤ ਯੂਸਫ ਦੇ ਨਾਲ ਤੇਰੇ ਧੰਨ ਰਸੂਲਾਂ ਤੇ ਸਾਰੇ ਸੰਤਾਂ ਦੇ ਨਾਲ ਜਿਨ੍ਹਾਂ ਨੇ ਸਾਰੇ ਯੁਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਦੀਵੀ ਜੀਵਨ ਜਿਉਣ ਦੇ ਹੱਕਦਾਰ ਬਣ ਜਾਈਏ ਅਤੇ ਤੇਰੇ ਬੇਟੇ ਆਪਣੇ ਪ੍ਰਭੂ ਯਿਸੂ ਮਸੀਹ ਦੇ ਨਾਲ ਅਸੀਂ ਤੇਰੀ ਉਸਤਤ ਅਤੇ ਵਡਿਆਈ ਕਰਾਂਗੇ। ਉਸ ਦੇ ਰਾਹੀਂ ਅਤੇ ਉਸ ਦੇ ਨਾਲ ਅਤੇ ਦੇ ਵਿੱਚ ਤੈਨੂੰ ਇਹ ਪੂਰੀ ਕੁਦਰਤ ਵਾਲੇ ਬਾਪ ਰੂਪ ਪਾਕ ਦੀ ਏਕਤਾ ਦੇ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਆਪਣੇ ਮੁਕਤੀਦਾਤਾ ਦੇ ਹੁਕਮ ਦੇ ਮੁਤਾਬਕ ਅਤੇ ਉਹਦੀ ਖੁਦਾਈ ਸਿੱਖਿਆ ਦੇ ਮੁਤਾਬਕ ਅਸੀਂ ਇਹ ਆਖਣ ਦੀ ਦਿਲੇਰੀ ਕਰਦੇ ਹਾਂ, ਐ ਸਾਡੇ ਬਾਪ ਜਿਹੜਾ ਤੂੰ ਤੂੰ ਅਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਵੀ ਹੋਵੇ। ਸਾਡੇ ਰੋਜ਼ ਰੋਟੀ ਆ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ, ਸਾਨੂੰ ਅਜ਼ਮਾਇਸ਼ ਨਾ ਪਾ ਸਗੋਂ ਬੁਰਾਈ ਤੋਂ ਬਚਾ। ਐ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਦੇ ਨਾਲ ਸਾਡੇ ਦਿਨਾਂ ਦੇ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਦੇ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ।
ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ ਕੁਦਰਤ ਤੇ ਜਲਾਲ ਜੁਗੋ ਜੁਗ ਤੇਰਾ ਹੀ ਹੈ। ਐ ਪ੍ਰਭੂ ਯਿਸੂ ਮਸੀਹ ਤੁਸੀਂ ਆਪਣੇ ਰਸੂਲਾਂ ਨੂੰ ਆਖਿਆ ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਮੈਂ ਆਪਣੀ ਸ਼ਾਂਤੀ ਤੁਹਾਨੂੰ ਦਿੰਦਾ ਹਾਂ। ਤੁਸੀਂ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੇ ਕਲੀਸਿਆ ਦੇ ਈਮਾਨ ਨੂੰ ਵੇਖ ਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਤੇ ਏਕਤਾ ਦੇਵੋ, ਜਿੱਥੇ ਤੁਸੀਂ ਜਿਉਂਦੇ ਤੇ ਰਾਜ ਕਰਦੇ ਹੋ ਸਦਾ ਤੋਂ ਸਦਾ ਤੀਕਰ। ਆਮੀਨ। ਪ੍ਰਭੂ ਦੀ ਸ਼ਾਂਤੀ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦਈਏ। ਐ ਲੇਲੇ ਖੁਦਾ ਦੇ ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੇਲੇ ਖੁਦਾ ਦੇ ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੇਲੇ ਖੁਦਾ ਦੇ ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। ਇਹ ਵੇਖੋ ਖੁਦਾ ਦਾ ਲੀਲਾ ਜੋ ਸੰਸਾਰ ਦੇ ਗੁਨਾਹਾਂ ਨੂੰ ਚੁੱਕ ਲੈ ਜਾਂਦਾ ਹੈ। ਧੰਨ ਹਾਂ ਅਸੀਂ ਜਿਹੜੇ ਲੀਲੇ ਦੇ ਭੋਜ ਦੇ ਲਈ ਸੱਦੇ ਗਏ ਹਾਂ। ਐ ਪ੍ਰਭੂ ਮੈਂ ਇਸ ਯੋਗਤਾ ਨਹੀਂ ਹਾਂ ਕਿ ਤੂੰ ਮੇਰੀ ਛੱਤ ਦੇ ਥੱਲੇ ਆਵੇਂ, ਪਰ ਇੱਕ ਹੀ ਸ਼ਬਦ ਨਾਲ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। ਐ ਮੁਬਾਰਕ ਮਰੀਮ, ਤੇਰਾ ਪਿਆਰਾ ਬੇਟਾ ਰੋਟੀ ਅਤੇ ਦਾਖਰਸ ਦੇ ਰੂਪ ਵਿੱਚ ਸਾਡੇ ਦਿਲਾਂ ਵਿੱਚ ਆਉਣ ਵਾਲਾ ਹੈ। ਸਾਡੇ ਲਈ ਦੁਆ ਕਰ ਤਾਂ ਕਿ ਅਸੀਂ ਵੀ ਤੇਰੇ ਵਾਂਗੂ ਉਸ ਨੂੰ ਮੰਨੀਏ ਅਤੇ ਪਿਆਰ ਕਰੀਏ। ਐ ਸੰਤ ਯੂਸਫ, ਜਿਸ ਤਰ੍ਹਾਂ ਤੂੰ ਮਸੀਹ ਨੂੰ ਪਾਲਿਆ ਉਸੇ ਤਰ੍ਹਾਂ ਸਾਨੂੰ ਵੀ ਉਸ ਦੀ ਸੇਵਾ ਕਰਨੀ ਸਿਖਾ। आमीन। तेरे लहू से पाप धोता हूँ, तेरे लहू से पाप धोता हूँ। तू बढ़ता जा मैं कम होता हूँ, तू बढ़ता जा मैं कम होता हूँ। तेरे लहू से पाप धोता हूँ, तेरे लहू से पाप धोता हूँ। तू बढ़ता जा मैं कम होता हूँ, तू बढ़ता जा मैं कम होता हूँ। तू बढ़ता जा, तू बढ़ता जा, तू बढ़ता जा मैं कम होता हूँ, तू बढ़ता जा मैं कम होता हूँ। तेरा कलाम दिल में रखा है, तेरा हर एक वादा सच्चा है। तेरा कलाम दिल में रखा है, तेरा हर एक वादा सच्चा है। तेरा ही नाम सबसे अच्छा है, तेरा ही नाम सबसे अच्छा है। अपनी खुदी से हाथ धोता हूँ, अपनी खुदी से हाथ धोता हूँ। तू बढ़ता जा मैं कम होता हूँ, तू बढ़ता जा मैं कम होता हूँ। तेरे लहू से पाप धोता हूँ, तेरे लहू से पाप धोता हूँ। तू बढ़ता जा मैं कम होता हूँ, तू बढ़ता जा मैं कम होता ਖੁਦਾ ਪਿਆਰ ਹੈ ਅਤੇ ਜੋ ਪਿਆਰ ਵਿੱਚ ਰਹਿੰਦਾ ਹੈ ਉਹ ਖੁਦਾ ਵਿੱਚ ਰਹਿੰਦਾ ਹੈ ਤੇ ਖੁਦਾ ਉਸ ਵਿੱਚ। ਅਸੀਂ ਪ੍ਰਾਰਥਨਾ ਕਰੀਏ। ਐ ਪ੍ਰਭੂ, ਤੇਰੇ ਰੂਹ ਦੀ ਮੁੜ ਬਹਾਲ ਕਰਨ ਵਾਲੀ ਸ਼ਕਤੀ ਜੋ ਇਸ ਸੈਕਰਾਮੈਂਟ ਵਿੱਚ ਕੰਮ ਕਰਦੀ ਹੈ, ਉਹ ਸਾਨੂੰ ਤੇਰੇ ਤੋਂ ਦੂਰ ਰੱਖਣ ਵਾਲੀ ਹਰ ਬੁਰੀ ਇੱਛਾ ਤੋਂ ਸਾਨੂੰ ਚੰਗਾ ਕਰੇ ਅਤੇ ਨੇਕੀ ਦੇ ਰਾਹ ਉੱਤੇ ਸਾਡੀ ਅਗਵਾਈ ਕਰੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ आमीन। ਪ੍ਰਭੂ ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲਾ ਖੁਦਾਵੰਦ ਖੁਦਾ,
ਬਾਪ ਅਤੇ ਬੇਟਾ ਤੇਰੂ ਪਾਕ ਤੁਹਾਨੂੰ ਬਰਕਤ ਦੇਵੇ। ਆਮੀਨ। ਪਾਕ ਮਾਸ ਦੀ ਕੁਰਬਾਨੀ ਚੜਾਈ ਗਈ, ਪ੍ਰਭੂ ਦੀ ਸ਼ਾਨ ਦੇ ਵਿੱਚ ਜਾਈਏ। ਖੁਦਾ ਦਾ ਸ਼ੁਕਰ ਹੋਵੇ। ਦੁਆਏ ਯਾਦ ਕਰ, ਯਾਦ ਕਰ ਐ ਨਹਾਇਤ ਮਿਹਰਬਾਨ ਕੁਆਰੀ ਮਰੀਮ, ਭਈ ਕਦੀ ਇਹ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦੇ ਆ, ਤੇਰੀ ਮਦਦ ਚਾਹੁੰਦੇ ਆ, ਤੇਰੀ ਸਿਫਾਰਿਸ਼ ਮੰਗਦੇ ਆ, ਤੇਥੋਂ ਖਾਲੀ ਗਿਆ ਹੋਵੇ। ਐ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ, ਮੈਂ ਇਸ ਤਸੱਲੀ ਨਾਲ ਤੇਰੇ ਕੋਲ ਨਸਾਂ ਆਉਂਦਾ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦਾ ਹਾਂ। ਐ ਦੇਤਾਰੀ ਹੋਈ ਕਲਾਮ ਦੀ ਮਾਂ, ਮੇਰੇ ਅਰਜ਼ਾਂ ਨੂੰ ਹਕੀਰ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣੀ ਅਤੇ ਕਬੂਲ ਕਰੀ। ਆਮੀਨ। ਸ਼ਾਂਤੀ ਦੀ ਰਾਣੀ ਪਿਆਰੀ ਮਾਂ ਮਰੀਮ ਸਾਡੇ ਲਈ ਦੁਆ ਕਰ। मैं क्यों डरा, मैं क्यों डरा, मेरा परमेश्वर मेरे नाल है। मैं क्यों डरा, मैं क्यों डरा, मेरा परमेश्वर मेरे नाल है। यीशु में